ਆਪਸ ਤੇ ਉੱਪਰ ਸਭ ਜਾਣੋ। ਸੰਗਤ ਦੀ ਰਿਹਾਇਸ਼ ਵਾਸਤੇ ਭਾਵੇਂ ਸੋਹਣੇ ਸੁੰਦਰ ਲੈਂਟਰ ਪੈ ਕੇ ਕਾਫੀ ਕਮਰੇ ਬਣ ਚੁੱਕੇ ਸਨ, ਪਰ ਫਿਰ ਵੀ ਆਪ ਜੀ ਕੱਖਾਂ ਦੀ ਛੰਨ ਵਿੱਚ ਰਹਿਣਾ ਹੀ ਪਸੰਦ ਕਰਦੇ। ਸੰਗਤਾਂ ਦੀ ਆਵਾਜਾਈ ਜ਼ਿਆਦਾ ਹੋਣ ਕਾਰਨ ਆਪ ਜੀ ਨੇ ਲੰਗਰ ਦੇ ਕਮਰੇ ਉੱਪਰ ਇੱਕ ਵੱਡੀ ਛੰਨ ਬਣਵਾ ਲਈ ਸੀ, ਜਿਸ ਵਿੱਚ ਆਪ ਜੀ ਦੇ ਮੰਜੇ ਤੋਂ ਇਲਾਵਾ ਹੋਰ 2-3 ਮੰਜੇ ਡਿੱਠੇ ਰਹਿੰਦੇ ਸਨ। ਇੱਕ ਮੰਜੇ ਤੇ ਆਪ ਜੀ ਬਰਾਜਦੇ ਸਨ, ਦੂਸਰੇ ਮੰਜੇ ਆਏ ਗੁਰਸਿੱਖਾਂ ਦੇ ਬੈਠਣ ਵਾਸਤੇ ਰੱਖੇ ਹੋਏ ਸਨ। ਜੋ ਵੀ ਗੁਰਸਿੱਖ ਦਰਸ਼ਨ ਕਰਨੇ ਆਉਂਦਾ, ਉਸ ਨੂੰ ਬੜੇ ਅਦਬ ਸਤਿਕਾਰ ਨਾਲ ਬਰਾਬਰ ਮੰਜੇ ਤੇ ਬਿਠਾਉਂਦੇ। ਬਾਬਾ ਜੀ ਨੇ ਕਦੇ ਵੀ ਬਰਾਬਰਤਾ ਵਿੱਚ ਫਰਕ ਨਾ ਪੈਣ ਦਿੱਤਾ। ਆਪ ਜੀ ਨੇ ਸਾਰੀ ਆਜੂ ਏਕ ਪਿਤਾ ਏਕ ਸਕੇ ਹੰਬਾਰਕ ਤੂੰ ਮੇਰਾ ਗੁਰਹਾਈ ਦੇ ਬਚਨਾਂ ਤੇ ਪਹਿਰਾ ਦਿੱਤਾ। ਬਾਬਾ ਜੀ ਦੀ ਸੰਗਤ ਵਿੱਚ ਵਿਚਰਦਿਆਂ ਕਦੀ ਇਹ ਨਹੀਂ ਵੇਖਿਆ ਕਿ ਬਾਬਾ ਜੀ ਮੰਜੇ ਤੇ ਬੈਠੇ ਹੋਣ ਤੇ ਸੰਗਤ ਹੇਠਾਂ ਫਰਸ਼ ਤੇ ਬੈਠੀ ਹੋਵੇ। ਜੇ ਬਾਬਾ ਜੀ ਨੇ ਮੰਜੇ ਤੇ ਬੈਠਣਾ ਤਾਂ 2-3 ਮੰਜੇ ਆਪਣੇ ਮੰਜੇ ਦੇ ਨਾਲ ਸੰਗਤ ਦੇ ਬੈਠਣ ਵਾਸਤੇ ਸਜਾ ਦੇਣੇ, ਜਾਂ ਫਿਰ ਜ਼ਮੀਨ ਤੇ ਹੀ ਦਰੀ ਵਿਛਾ ਕੇ ਸੰਗਤ ਵਿੱਚ ਬਰਾਜ ਕੇ ਗੁਰਮਤਿ ਦੇ ਬਚਨ ਬਲਾਸ ਕਰਨੇ। ਜੇ ਕਿਸੇ ਸਿੰਘ ਪਾਸੋਂ ਪਾਠ ਸੁਣਨਾ ਹੋਵੇ ਜਾਂ ਇਤਿਹਾਸ, ਤਾਂ ਉਸ ਦੇ ਬੈਠਣ ਵਾਸਤੇ ਜ਼ਰੂਰ ਉਚੇਚੀ ਵਿਛਾਈ ਕਰਿਆ ਕਰਦੇ ਸਨ। ਸਰਦੀ ਦੇ ਦਿਨ ਸਨ। ਬਾਬਾ ਜੀ ਆਪਣੀ ਛੰਨ ਵਿੱਚੋਂ ਸਵੇਰ ਦਾ ਨਿਯਮ ਪੂਰਾ ਕਰਨ ਉਪਰੰਤ ਪਰਮੇਸ਼ਰ ਦੀ ਬਖਸ਼ਿਸ਼ ਕੀਤੀ ਮਿੱਠੀ ਮਿੱਠੀ ਧੁੱਪ ਵਿੱਚ ਬੈਠੇ ਆਪਣੇ ਜੀਵਨ ਦੀ ਅਸਲੀ ਕਾਰ ਭਾਵ ਨਾਮ ਜਪ ਵਿੱਚ ਮਸਤ ਸਨ। ਦੂਸਰੇ ਪਾਸੇ ਹੁਸ਼ਿਆਰਪੁਰ ਦੇ ਅਕਾਲੀ ਜਥੇਦਾਰ ਵੈਦ ਕਰਤਾਰ ਸਿੰਘ ਤੇ ਸਾਹ ਜਸਜੀਤ ਸਿੰਘ ਕਿਸੇ ਕਾਰਜ ਵਾਸਤੇ ਗੁਰਦੁਆਰਾ ਗਰਨਾ ਸਾਹਿਬ ਜਾ ਰਹੇ ਸਨ। ਵੈਦ ਜੀ ਤੇ ਸਾਹ ਜਸਜੀਤ ਸਿੰਘ ਕਾਰ ਰਾਹੀਂ ਸਫ਼ਰ ਕਰ ਰਹੇ ਸਨ। ਰਾਜਨੀਤਿਕ ਗੱਲਾਂ ਕਰਦੇ ਕਰਦੇ ਜਦੋਂ ਇਹ ਦੋਨੋਂ ਜਥੇਦਾਰ ਪਿੰਡ ਮਾਛੀਆਂ ਪਾਸ ਪੁੱਜੇ ਤਾਂ ਵੈਦ ਕਰਤਾਰ ਸਿੰਘ ਹੋਰਾਂ ਨੇ ਅਚਾਨਕ ਚੱਲ ਰਹੀ ਗੱਲ ਨੂੰ ਵਿਚਕਾਰੋਂ ਰੋਕ ਕੇ ਜਸਜੀਤ ਸਿੰਘ ਹੋਰਾਂ ਨੂੰ ਕਿਹਾ ਕਿ ਭਾਈ, ਸੁਣਿਆ ਹੈ ਕਿ ਇਸ ਇਲਾਕੇ ਵਿੱਚ ਇੱਕ ਸਿੱਖ ਸਾਧ ਅਟ ਗਿਆ ਹੈ। ਸਿੱਖ ਵੀ ਉਸਨੇ ਬਹੁਤ ਸਜਾਏ ਹਨ। ਸਾਡੇ ਇਸ ਇਲਾਕੇ ਵਿੱਚ ਗਾਤਰਿਆਂ ਵਾਲੇ ਸਿੰਘ ਬੀਬੀਆਂ ਵੀ ਹੁਣ ਆਮ ਹੀ ਦਿਖਾਈ ਦਿੰਦੇ ਹਨ। ਵੈਦ ਕਰਤਾਰ ਸਿੰਘ ਕਾਰ ਚਲਾ ਰਹੇ ਸਨ। ਜਸਜੀਤ ਸਿੰਘ ਹੋਰਾਂ ਨੂੰ ਕਿਹਾ ਕਿ ਇਹ 2 ਕੁ ਮੀਲ ਦੇ ਸਫ਼ਰ ਵਿੱਚ ਹੀ 15-20 ਅੰਮ੍ਰਿਤਧਾਰੀ ਸਿੰਘ ਸੜਕੇ ਤੁਰੇ ਜਾਂਦੇ ਆਪਾਂ ਵੇਖੇ ਆ। ਪਹਿਲੇ ਇੱਥੇ ਸਿੱਖੀ ਕਿੱਥੇ ਸੀ? ਇਹ ਇਲਾਕਾ ਤਾਂ ਨਾਸਤਿਕਤਾ ਦਾ ਗੜ੍ਹ ਸੀ। ਇੱਥੋਂ ਦੇ MP ਵੀ ਕਮਿਊਨਿਸਟ, ਇਸ ਇਲਾਕੇ ਦਾ MLA ਵੀ ਕਮਿਊਨਿਸਟ। ਇਹ ਇਲਾਕਾ ਤਾਂ ਸਾਰਾ ਲੈਨਨ ਦਾ ਪੁਜਾਰੀ ਸੀ। ਜਸਜੀਤ ਸਿੰਘ ਹੋਰਾਂ ਨੇ ਉੱਤਰ ਦਿੱਤਾ ਕਿ ਸੁਣਿਆ ਤਾਂ ਵੈਦ ਜੀ ਮੈਂ ਵੀ ਹੈ, ਪਰ ਅਜੇ ਤੱਕ ਉਹਨਾਂ ਸੰਤਾਂ ਦੇ ਦਰਸ਼ਨ ਨਹੀਂ ਕੀਤੇ। ਵੈਦ ਜੀ ਨੇ ਝੱਟ ਉੱਤਰ ਦਿੱਤਾ ਕਿ ਅੱਜ ਸਾਡੇ ਪਾਸ ਸਮਾਂ ਵੀ ਹੈ ਤੇ ਸਵਾਰੀ ਵੀ ਆਪਣੀ ਹੈ। ਕਿਉਂ ਨਾ ਆਪਾਂ ਸੰਤ ਹੋਰਾਂ ਨੂੰ ਅੱਜ ਹੀ ਮਿਲ ਆਈਏ, ਨਾਲੇ ਸੰਤ ਦੀ ਪਰਖ ਕਰ ਲੈਂਦੇ ਹਾਂ। ਪਤਾ ਤਾਂ ਲੱਗ ਜਾਵੇਗਾ ਕਿ ਰੋਟੀ ਦੀ ਖਾਤਰ ਹੀ ਕੋਈ ਆਪਣੀ ਮਾਨਤਾ ਕਰਾਉਣ ਲਈ ਬੈਠਾ ਹੈ ਜਾਂ ਸੱਚੇ ਕਰਤਾਰ ਦਾ ਉਪਾਸ਼ਕ ਹੈ। ਇੰਨੀਆਂ ਗੱਲਾਂ ਬਾਤਾਂ ਕਰਦਿਆਂ ਗੁਰਦੁਆਰਾ ਸਾਹਿਬ ਦੀ ਸੜਕ ਦਾ ਮੋੜ ਆ ਗਿਆ। ਜਸਜੀਤ ਸਿੰਘ ਹੋਰਾਂ ਨੇ ਵੈਦ ਕਰਤਾਰ ਸਿੰਘ ਹੋਰਾਂ ਨੂੰ ਪੁੱਛਿਆ ਕਿ ਗੱਡੀ ਗੁਰਦੁਆਰੇ ਦੀ ਸੜਕ ਤੇ ਪਾ ਲਈਏ? ਤਾਂ ਵੈਦ ਹੋਰੀ ਕਹਿਣ ਲੱਗੇ ਕਿ ਠੀਕ ਹੈ, ਅੱਜ ਆਪਾਂ ਸੰਤਾਂ ਦੀ ਪਰਖ ਤੇ ਦਰਸ਼ਨ ਕਰਨ ਚੱਲਦੇ ਹਾਂ। ਤੇ ਨਾਲ ਹੀ ਜਸਜੀਤ ਸਿੰਘ ਹੋਰਾਂ ਨੇ ਵੈਦ ਜੀ ਨੂੰ ਪ੍ਰਸ਼ਨ ਕੀਤਾ ਕਿ ਤੁਸੀਂ ਸੱਚੇ ਤੇ ਨਕਲੀ ਸੰਤ ਦੀ ਪਰਖ ਕਿਵੇਂ ਕਰੋਗੇ? ਵੈਦ ਹੋਰਾਂ ਨੇ ਅੱਗੋਂ ਉੱਤਰ ਦਿੱਤਾ ਕਿ ਜਸਜੀਤ ਸਿੰਘ, ਮੇਰੇ ਹੱਥ ਤਾਂ ਵੇਖੀ, ਸਾਰੀ ਉਮਰ ਲੰਘ ਚੱਲੀ ਹੈ, ਧੌਲੇ ਆ ਗਏ ਨੇ। ਅਸੀਂ ਰਾਜਨੀਤਿਕ ਬੰਦੇ ਹਾਂ, ਤੁਰੇ ਜਾਂਦੇ ਦੀ ਤੋਰ ਵੇਖ ਕੇ ਪਛਾਣ ਜਾਈਦਾ। ਮੈਂ ਕਿਹੜਾ ਕੋਈ ਨਾਲੇ ਲੁਕੋ ਕੇ ਪਰਖ ਕਰਨੀ ਹੈ, ਤੇਰੇ ਸਾਹਮਣੇ ਹੀ ਸਾਰਾ ਡਰਾਮਾ ਰਚਾਉਣਾ ਹੈ ਨਾ। ਜਸਜੀਤ ਸਿੰਘ ਹੋਰੀ ਹੁਣ ਵੀ ਦੱਸਿਆ ਕਰਦੇ ਹਨ ਕਿ ਇਸ ਹਾਸੇ ਮਖੌਲ ਦੀਆਂ ਗੱਲਾਂ ਕਰਦੇ ਅਸੀਂ ਦੋਨੇ ਗੁਰਦੁਆਰਾ ਸਾਹਿਬ ਪੁੱਜ ਗਏ। ਗੁਰਦੁਆਰੇ ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਇੱਕ ਬਜ਼ੁਰਗ ਸੇਵਾਦਾਰ ਨੂੰ ਪੁੱਛਿਆ ਕਿ ਸੰਤ ਜੀ ਕਿਹੜੇ ਕਮਰੇ ਵਿੱਚ ਰਹਿੰਦੇ ਨੇ। ਉਹਨਾਂ ਉੱਪਰ ਛੰਨ ਵੱਲ ਇਸ਼ਾਰਾ ਕਰ ਦਿੱਤਾ। ਸੋ ਜਸਜੀਤ ਸਿੰਘ ਹੋਰੀ ਦੱਸਿਆ ਕਰਦੇ ਹਨ ਕਿ ਅਸੀਂ ਦੋਵੇਂ ਭਾਵ ਉਹ ਤੇ ਵੈਦ ਕਰਤਾਰ ਸਿੰਘ ਬਾਬਾ ਜੀ ਵਾਲੀ ਛੰਨ ਵਿੱਚ ਚਲੇ ਗਏ, ਪਰ ਛੰਨ ਖਾਲੀ ਸੀ। 3 ਮੰਜੇ ਸਨ, ਤਿੰਨਾਂ ਉੱਪਰ ਦਰੀਆਂ ਵਿਛੀਆਂ ਹੋਈਆਂ ਸਨ। ਇੱਕ ਮੰਜੇ ਤੇ ਸਿਰਹਾਣਾ ਵੀ ਪਿਆ ਸੀ। ਵੈਦ ਜੀ ਨੇ ਮਨ ਵਿੱਚ ਸਮਝਿਆ ਕਿ ਇਹ ਸਿਰਹਾਣੇ ਵਾਲਾ ਮੰਜਾ ਹੀ ਸੰਤ ਜੀ ਦਾ ਹੈ। ਉਸ ਮੰਜੇ ਦੇ ਬਿਲਕੁਲ ਸਿਰਹਾਣੇ ਵੱਲ ਵੈਦ ਕਰਤਾਰ ਸਿੰਘ ਹੋਰੀ ਚੁੱਪ ਕਰੀਤੇ ਬੈਠ ਗਏ। ਜਸਜੀਤ ਸਿੰਘ ਹੋਰਾਂ ਨੇ ਵੈਦ ਜੀ ਨੂੰ ਆਖਿਆ ਕਿ ਵੈਦ ਜੀ, ਇਹ ਮੰਜਾ ਸੰਤਾਂ ਦਾ ਲੱਗਦਾ ਹੈ, ਭਾਵੇਂ ਇਸ ਉੱਤੇ ਕੋਈ ਉਚੇਚੀ ਵਿਛਾਈ ਆਦ ਨਹੀਂ, ਪਰ ਲੱਗਦਾ ਇੰਝ ਹੀ ਹੈ। ਤੁਸੀਂ ਏਦਾਂ ਕਰੋ, ਇੱਧਰ ਚੱਲ ਕੇ ਮੇਰੇ ਕੋਲ ਆ ਜਾਓ। ਵੈਦ ਹੋਰੀ ਅੱਗੋਂ ਉੱਤਰ ਦਿੱਤਾ ਕਿ ਮੈਂ ਤਾਂ ਸੰਤਾਂ ਦੇ ਖਾਲੀ ਮੰਜੇ ਤੇ ਬੈਠਾ ਹਾਂ। ਜੇ ਮੰਜੇ ਤੇ ਬਾਬਾ ਵੀ ਬੈਠਾ ਹੁੰਦਾ ਤਾਂ ਮੈਂ ਤਦ ਵੀ ਸਿਰਹਾਣੇ ਵੱਲ ਹੀ ਬੈਠਣਾ ਸੀ। ਇਹੀ ਤਾਂ ਵੇਖਣਾ ਹੈ ਕਿ ਜੇ ਤਾਂ ਕੋਈ ਮਾਨੀ ਤੇ ਆਪਣੀ ਪੂਜਾ ਦਾ ਭੁੱਖਾ ਸੰਤ ਹੋਇਆ, ਫੇਰ ਤਾਂ ਮੈਨੂੰ ਮੰਜੇ ਉੱਤੇ ਬੈਠਾ ਦੇਖ ਕੇ ਉਸਨੂੰ ਸੱਤੀ ਕੱਪਣੀ ਅੱਗ ਲੱਗ ਜਾਵੇਗੀ ਤੇ ਸਾਨੂੰ ਜਲ ਪਾਣੀ ਤਾਂ ਕੀ ਉਸਨੇ ਬੁਲਾਉਣਾ ਤੱਕ ਨਹੀਂ। ਪਰ ਜੇ ਕੋਈ ਰੱਬ ਦਾ ਪਿਆਰਾ ਹੋਇਆ, ਅਸਲੀ ਸੰਤ ਹੋਇਆ, ਫੇਰ ਤੇਰੇ ਸਾਹਮਣੇ ਸਾਰੀ ਖੇਡ ਵਰਤਣੀ ਹੈ। ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕਹਿਆ ਵਾਓ, ਭਾਵ ਜੋ ਵੈਦ ਹੋਰਾਂ ਦੇ ਅੰਦਰ ਸੀ ਉਹ ਸਾਰੀ ਗੱਲ ਜਸਜੀਤ ਸਿੰਘ ਹੋਰਾਂ ਦੇ ਸਾਹਮਣੇ ਰੱਖ ਦਿੱਤੀ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ
ਵੈਦ ਜੀ ਤੇ ਜਸਜੀਤ ਸਿੰਘ ਅੰਦਰ 2 ਮੰਜਿਆਂ ਤੇ ਬੈਠ ਗਏ। ਉਸ ਬਜ਼ੁਰਗ ਸੇਵਾਦਾਰ ਨੇ ਬਾਬਾ ਜੀ ਨੂੰ ਖਬਰ ਕੀਤੀ ਕਿ ਕੋਈ 2 ਪ੍ਰੇਮੀ ਆਪ ਜੀ ਨੂੰ ਮਿਲਣ ਵਾਸਤੇ ਆਏ ਸਨ ਤੇ ਹੁਣੇ ਤੁਹਾਡੇ ਕਮਰੇ ਵੱਲ ਗਏ ਹਨ। ਆਪ ਜੀ ਨੇ ਉਸ ਸੇਵਾਦਾਰ ਨੂੰ ਕਿਹਾ ਕਿ ਉਹਨਾਂ ਨੂੰ ਮਿੱਠਾ ਜਲ ਬਣਾ ਕੇ ਛਕਾਓ, ਮੈਂ ਵੀ 2-3 ਮਿੰਟਾਂ ਵਿੱਚ ਉਹਨਾਂ ਦੇ ਦਰਸ਼ਨ ਕਰਦਾ ਹਾਂ। ਸੇਵਾਦਾਰ ਜਲ ਬਣਾਉਣ ਲੱਗ ਪਿਆ। ਆਪ ਜੀ ਚੱਲ ਰਹੀ ਸੁਖਮਨੀ ਸਾਹਿਬ ਦੀ ਅਸ਼ਟਪਦੀ ਪੂਰੀ ਕਰਕੇ ਛਾਨਵਲ ਆਏ ਹੋਏ ਗੁਰਸਿੱਖਾਂ ਨੂੰ ਮਿਲਣ ਚੱਲ ਪਏ। ਬਾਬਾ ਜੀ ਨੇ ਜਾਂਦਿਆਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਵੈਦ ਜੀ ਤੇ ਸਰਦਾਰ ਜੀ ਵੀ ਫਤਿਹ ਦਾ ਉੱਤਰ ਦੇਣ ਲਈ ਖੜੇ ਹੋ ਗਏ। ਵੈਦ ਜੀ ਬਾਬਾ ਜੀ ਵਾਲੇ ਮੰਜੇ ਤੋਂ ਉੱਠ ਕੇ ਦੂਸਰੇ ਮੰਜੇ ਵੱਲ ਹੋਣ ਲੱਗੇ ਤਾਂ ਬਾਬਾ ਜੀ ਨੇ ਵੈਦ ਹੋਰਾਂ ਦੀ ਬਾਂਹ ਫੜ ਕੇ ਆਪਣੇ ਸਿਰਹਾਣੇ ਵੱਲ ਹੀ ਬਹਿਣ ਲਈ ਮਜਬੂਰ ਕਰ ਦਿੱਤਾ ਤੇ ਬਚਨ ਕੀਤਾ ਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਦਰਸ਼ਨ ਦਿੱਤੇ ਹਨ, ਦੂਸਰੇ ਗੁਰੂ ਮਹਾਰਾਜ ਨੇ ਸਾਨੂੰ ਸਿੱਖਾਂ ਨੂੰ ਬਰਾਬਰਤਾ ਬਖਸ਼ੀ ਹੈ। ਅਸੀਂ ਸਾਰੇ ਉਸ ਪ੍ਰਮਾਤਮਾ ਦੇ ਪੁੱਤਰ ਹਾਂ ਤੇ ਗੁਰੂ ਕੇ ਸਿੱਖ ਹੋਣ ਕਰਕੇ ਗੁਰਭਾਈ ਹਾਂ। ਸਾਡੇ ਤਾਂ 2 ਰਿਸ਼ਤੇ ਬਣ ਜਾਂਦੇ ਹਨ, ਸੋ ਭਰਮ ਨਾ ਕਰੋ। ਤੇ ਬਾਂਹ ਫੜ ਕੇ ਵੈਦ ਹੋਰਾਂ ਨੂੰ ਆਪਣੇ ਸਿਰਹਾਣੇ ਵੱਲ ਬਿਠਾ ਲਿਆ। ਵੈਦ ਜੀ ਮਨ ਵਿੱਚ ਪਛਤਾਉਣ 1-2 ਵਾਰੀ ਉੱਠਣ ਦਾ ਯਤਨ ਵੀ ਕੀਤਾ ਤੇ ਕਿਹਾ ਕਿ ਬਾਬਾ ਜੀ ਮੈਂ ਤੁਹਾਡੇ ਸਾਹਮਣੇ ਮੰਜੇ ਤੇ ਬੈਠ ਜਾਂਦਾ ਹਾਂ, ਪਰ ਆਪ ਜੀ ਤਾਂ ਨੇ ਸਿਰਹਾਣੇ ਵਾਲੇ ਪਾਸੇ ਹੀ ਬਹਿਣ ਲਈ ਮਜਬੂਰ ਕੀਤਾ। ਸਿੰਘ ਜਲ ਪਾਣੀ ਲੈ ਆਇਆ ਤੇ ਬਾਬਾ ਜੀ ਨੇ ਆਪ ਵਰਤਾਉਣ ਦੀ ਸੇਵਾ ਕੀਤੀ। ਥੋੜ੍ਹੀ ਦੇਰ ਗੁਰਮਤਿ ਦੇ ਬਚਨ ਬਿਲਾਸ ਕੀਤੇ। ਅਖੀਰ ਬਾਬਾ ਜੀ ਨੇ ਪੁੱਛਿਆ ਕਿ ਆਪ ਜੀ ਆਏ ਕਿੱਥੇ ਹੋ ਤੇ ਜਾਣਾ ਕਿੱਧਰ ਨੂੰ ਹੈ। ਵੈਦ ਜੀ ਨੇ ਆਪਣੀ ਤੇ ਸਰਦਾਰ ਜਸਜੀਤ ਸਿੰਘ ਹੋਰਾਂ ਦੀ ਜਾਣ ਪਛਾਣ ਕਰਵਾਈ ਤੇ ਪ੍ਰੋਗਰਾਮ ਦੱਸਿਆ। ਬਾਬਾ ਜੀ ਨੇ ਕਿਹਾ ਕਿ ਅਸੀਂ ਆਪ ਜੀ ਨੂੰ ਇੱਥੇ ਜਾਂ ਬਾਹਰ ਧੁੱਪੇ ਮੰਜੇ ਵਿਛਾ ਦਿੰਦੇ ਹਾਂ, ਥੋੜ੍ਹਾ ਆਰਾਮ ਕਰ ਲਓ। ਸਾਡਾ ਅਜੇ ਸੁਖਮਨੀ ਸਾਹਿਬ ਦਾ ਪਾਠ ਰਹਿੰਦਾ ਹੈ, ਉਹ ਪੂਰਾ ਕਰਨਾ ਹੈ। ਜੇ ਤੁਹਾਡੇ ਪਾਸ ਸਮਾਂ ਹੈ ਤੇ ਮਨ ਚਾਹੁੰਦਾ ਹੈ ਤਾਂ ਪਾਠ ਸਰਵਣ ਕਰ ਲਓ। ਪਰ ਵੈਦ ਜੀ ਨੇ ਦੁਨਿਆਵੀ ਰੁਝੇਵੇਂ ਦੱਸ ਕੇ ਆਪ ਜੀ ਪਾਸੋਂ ਵਿਦਿਆ ਲੈ ਲਈ। ਰਸਤੇ ਵਿੱਚ ਵੈਦ ਹੋਰਾਂ ਨੇ ਜਸਜੀਤ ਸਿੰਘ ਹੋਰਾਂ ਨੂੰ ਕਈ ਵਾਰ ਦੁਹਰਾਇਆ ਕਿ ਮੈਂ ਜ਼ਿੰਦਗੀ ਵਿੱਚ ਇਹ ਬਹੁਤ ਵੱਡੀ ਗਲਤੀ ਕੀਤੀ ਹੈ। ਇੱਕ ਪੂਰਨ ਮਹਾਂਪੁਰਖ ਦੀ ਪਰਖ ਕਰਨ ਲਈ ਉਹਨਾਂ ਦੇ ਸਿਰਹਾਣੇ ਬੈਠ ਕੇ ਪਾਪ ਖੱਟਿਆ ਹੈ। ਉਹਨਾਂ ਨੂੰ ਤਾਂ ਮੇਰੇ ਸਿਰਹਾਣੇ ਵੱਲ ਬੈਠਣ ਕਾਰਨ ਰਤਾ ਲੇਸ ਮਾਤਰ ਵੀ ਨਹੀਂ ਹੋਈ। ਮਨ ਵਿੱਚ ਮੇਰੇ ਪ੍ਰਤੀ ਬੁਰੀ ਭਾਵਨਾ ਦਾ ਖਿਆਲ ਤਾਂ ਕੀ, ਸਗੋਂ ਉਹਨਾਂ ਨੇ ਜ਼ਰੂਰਤ ਤੋਂ ਵੱਧ ਪਿਆਰ ਬਖਸ਼ਿਆ। ਜਿੰਨਾ ਚਿਰ ਸੰਤਾਂ ਕੋਲ ਬੈਠੇ ਹਾਂ, ਬਾਹਰਲੇ ਫੁਰਨੇ ਵੀ ਬੰਦ ਰਹੇ, ਸ਼ਾਂਤੀ ਤੇ ਖੇੜਾ ਮਹਿਸੂਸ ਕੀਤਾ। ਸੰਤਾਂ ਪਾਸੋਂ ਤੋਂ ਸ਼ਾਂਤੀ ਮਿਲਣੀ ਹੀ ਸੀ। ਇਸ ਛਣ ਵਿੱਚ ਵੜਦਿਆਂ ਹੀ ਕੁਝ ਹੋਰ ਤਰ੍ਹਾਂ ਦਾ ਆਨੰਦ ਅਨੁਭਵ ਹੋਇਆ। ਇਹ ਮੇਰੀ ਜ਼ਿੰਦਗੀ ਵਿੱਚ ਪਹਿਲੀ ਘਟਨਾ ਹੈ। ਨਹੀਂ ਤਾਂ ਕਈ ਵਾਰੀ ਸੰਤਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਉਹਨਾਂ ਦੇ ਚੇਲੇ ਬੰਦੇ ਨੂੰ ਰੈਲਾ ਕਰ ਦਿੰਦੇ ਨੇ। ਬਾਕੀ ਜੇਕਰ ਕੋਈ ਕਸਰ ਰਹਿ ਜਾਵੇ ਤਾਂ ਮਹਾਤਮਾ ਜਨ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਦੇਵੋ। ਚਰਨਾਂ ਤੇ ਸਿਰ ਰੱਖ ਕੇ ਮੱਥਾ ਨਾ ਟੇਕੋ ਤਾਂ ਰਹਿੰਦੀ ਕਸਰ ਉਹ ਕੱਢ ਦਿੰਦੇ ਹਨ। ਜਸਜੀਤ ਸਿੰਘ, ਮੇਰੀ ਜ਼ਿੰਦਗੀ ਵਿੱਚ ਤੇ ਪਹਿਲਾ ਮੌਕਾ ਹੈ ਕਿ ਮੈਂ ਇੱਕ ਸਿੱਖ ਸੰਤ ਦੇ ਦਰਸ਼ਨ ਕੀਤੇ ਹਨ, ਜੋ ਇੱਕ ਸਧਾਰਨ ਜਗਿਆਸੂ ਨੂੰ ਵੀ ਗੁਰਸਿੱਖ ਭਰਾ ਕਹਿ ਕੇ ਸਨਮਾਨ ਦਿੰਦੇ ਹਨ। ਗੁਰੂ ਮਹਾਰਾਜ ਜੀ ਨੇ ਤਾਂ ਕਿਹਾ ਹੀ ਹੈ ਕਿ ਹੈਨ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਇਹੋ ਜਿਹੇ ਵਿਰਲੇ ਕਿਤੇ ਭਾਗਾਂ ਨਾਲ ਹੀ ਗੁਰਮੁਖ ਰੂਹਾਂ ਦੇ ਦਰਸ਼ਨ ਹੁੰਦੇ ਹਨ। ਵੈਦ ਜੀ ਦੇ ਮਨ ਤੇ ਬਾਬਾ ਜੀ ਦੀ ਨਿਮਰਤਾ ਤੇ ਨਾਮ ਸਿਮਰਨ ਦੀ ਕਮਾਈ ਦਾ ਗਹਿਰਾ ਅਸਰ ਹੋਇਆ। ਜਦੋਂ ਵੀ ਵੈਦ ਹੋਰਾਂ ਨੇ ਇਸ ਸੜਕੇ ਲੰਘਣਾ, ਜ਼ਰੂਰ ਬਾਬਾ ਜੀ ਨੂੰ ਮਿਲ ਕੇ ਜਾਣਾ। ਉਚੇਚਾ ਸਮਾਗਮਾਂ ਤੇ ਵੀ ਕਈ ਵਾਰ ਹਾਜ਼ਰੀ ਭਰ ਕੇ ਧੰਨ ਭਾਗ ਸਮਝਣੇ। ਬਾਬਾ ਜੀ ਦੇ ਅੰਦਰ ਇੰਨੀ ਨਿਮਰਤਾ ਤੇ ਮਨ ਦੀ ਗਰੀਬੀ ਸੀ ਕਿ ਛੋਟੇ ਬੱਚਿਆਂ ਨੂੰ ਵੀ ਜੀ ਕਹਿ ਕੇ ਬੁਲਾਉਂਦੇ ਸਨ। ਆਪ ਜੀ ਦੀ ਜ਼ੁਬਾਨ ਵਿੱਚੋਂ ਓਏ ਜਾਂ ਤੂੰ ਸ਼ਬਦ ਕਦੀ ਕਿਸੇ ਨੇੜੇ ਦੇ ਸੰਗੀ ਨੇ ਨਹੀਂ ਸੁਣਿਆ। ਆਪ ਹਮੇਸ਼ਾ ਕਹਿੰਦੇ ਸਨ ਕਿ ਅਸੀਂ ਸਾਰੇ ਇੱਕ ਪ੍ਰਭੂ ਪਰਮੇਸ਼ਰ ਦਾ ਪਰਿਵਾਰ ਹਾਂ। ਜਿਵੇਂ ਪਰਿਵਾਰ ਵਿੱਚੋਂ ਕੋਈ ਵੱਡਾ ਕੋਈ ਛੋਟਾ ਹੁੰਦਾ ਹੈ, ਹੈਨ ਸਾਰੇ ਪਰਿਵਾਰ ਦੇ ਮੈਂਬਰ ਹੀ। ਉਮਰ ਕਰਕੇ ਭਾਵੇਂ ਕੋਈ ਵੱਡਾ ਹੈ, ਪਰ ਕਈ ਵਾਰ ਛੋਟੀ ਉਮਰ ਵਾਲੇ ਵੀ ਸਰੀਰ ਵਿੱਚ ਵੀ ਬਹੁਤ ਮਹਾਨ ਆਤਮਾ ਹੁੰਦੀ ਹੈ। ਸੋ ਸਾਰਿਆਂ ਵਿੱਚ ਉਸ ਪ੍ਰਭੂ ਦੀ ਅੰਸ਼ ਜਾਣ ਕੇ ਸਭ ਦਾ ਸਤਿਕਾਰ ਕਰਨਾ ਬਣਦਾ ਹੈ। ਪ੍ਰਭੂ ਖੁਸ਼ੀ ਲੈਣ ਲਈ ਤਾਂ ਕਬੀਰ ਜੀ ਦਾ ਬਚਨ ਦ੍ਰਿੜ ਕਰਨਾ ਪੈਂਦਾ ਹੈ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੁਝਿਆ ਮੀਤ ਹਮਾਰਾ ਸੋਏ। ਤਥਾ ਗੁਰੂ ਅਰਜਨ ਦੇਵ ਜੀ ਦਾ ਫਰਮਾਨ, ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹ ਸੁਖ ਧਾਰੋ। ਤਥਾ ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਦੂਸਰੇ ਕਿਸੇ ਵੀ ਜਗਿਆਸੂ ਤੇ ਪਤਾ ਨਹੀਂ ਪਰਮੇਸ਼ਰ ਨੇ ਕਿਸ ਸਮੇਂ ਕਿੰਨੀ ਮਿਹਰ ਕਰ ਦੇਣੀ ਹੈ। ਸੋ ਕਿਸੇ ਨਾਲ ਵੀ ਗਲਾਨੀ ਨਹੀਂ ਕਰਨੀ ਚਾਹੀਦੀ। ਗੁਰੂ ਦਰ ਤਾਂ ਆਪਸ ਕੋ ਜੋ ਜਾਣੇ ਨੀਚਾ, ਸੋਊ ਗਨੀਐ ਸਭ ਤੇ ਉੱਚਾ। ਜੇ ਕੁਝ ਲਾਹਾ ਖੱਟਣਾ ਹੈ ਤਾਂ ਆਪਣੇ ਆਪ ਤੋਂ ਸਭ ਨੂੰ ਦੂਸਰਿਆਂ ਨੂੰ ਉੱਚਾ ਜਾਣੋ। ਆਪਸ ਤੇ ਉੱਪਰ ਸਭ ਜਾਣੋ, ਤਉ ਦਰਗਹਿ ਸੁਖ ਪਾਵੋ। ਇਸ ਦੇ ਉਲਟ ਜੋ ਆਪਣੇ ਆਪ ਨੂੰ ਚੰਗਾ ਜਾਣਦਾ ਹੈ, ਉਹ ਗੁਰੂ ਦ੍ਰਿਸ਼ਟੀ ਵਿੱਚ ਪ੍ਰਵਾਨ ਨਹੀਂ ਚੜ੍ਹਦਾ। ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨ ਆਵੈ। ਸਰਬ ਕੀ ਰੇਣ ਜਾਂ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ। ਇਹ ਮਨ ਦੀ ਨਿਰਮਲਤਾ, ਮਨ ਦੀ ਗਰੀਬੀ ਗੱਲੀ ਬਾਤੀ ਨਹੀਂ ਪ੍ਰਾਪਤ ਹੁੰਦੀ। ਇਹ ਤਾਂ ਨਾਮ ਸਿਮਰਨ ਅਤੇ ਗੁਰ ਉਪਦੇਸ਼ ਦੀ